ਹੈਲੋ ਮੋਕਸ਼ਾ, Hello friends, ਆਪ ਠੀਕ ਹੋ? I'm fine. ਇਹਦੀਆਂ ਹਰਕਤਾਂ ਵੀ ਪਰੀ ਵਰਗੀਆਂ ਨੇ। ਉੜਦੀ ਹੈ ਇਹ ਪਰੀ ਔਰ 2 ਸਾਲ ਦੀ ਉਮਰ ਦੇ ਵਿੱਚ ਇਸ ਪਰੀ ਨੇ ਪੈਰਾਗਲਾਈਡਿੰਗ ਜਿਹੜੀ ਹੈ ਕੀਤੀ ਹੋਈ ਹੈ। ਕੋਈ ਰਿਕਾਰਡ ਦਾ ਕੋਈ ਮਨ ਦੇ ਵਿੱਚ ਸੀਗਾ ਵੀ ਨਹੀਂ। ਇਹਦਾ ਜਿਹੜਾ ਰਿਕਾਰਡ ਬਣਿਆ ਉਹ ਤਾਂ ਸਿਰਫ ਇਹਦੀ ਮਨ ਦੀ ਇੱਛਾ ਸੀ ਤੇ ਮੇਰੇ ਮਨ ਦੀ ਇੱਛਾ ਸੀਗੀ। अच्छा मोक्षा, पैराग्लाइडिंग करके अच्छा लगा था आपको? Yes, कितना मजा आया था? walk. ਕਿ ਮੇਰੇ ਹਿਸਾਬ ਨਾਲ ਬਹੁਤ ਯੰਗ ਏਜ ਸੀ ਜਦੋਂ ਇਹਨੂੰ ਰਸਤੇ ਵੀ ਪਤਾ ਹੁੰਦੇ ਸੀਗੇ ਕਿ ਇਹ ਇੱਥੇ ਆ ਗਏ तो ਇਹ ਕਹਿ रहा ਹੁੰਦਾ कि डैडा हम यहाँ पहुँच गए हैं, अब वही वाला बोर्ड लगा हुआ है। इस टाइम ते ब्लेस्ड फील कर रही हैं, बट उस टाइम ते आई वाज रियली स्कैर्ड। तो उन्होंने हमें बताया कि मैंने इतने बच्चों को कराई है, बट शी इज़ द वर्ल्ड लाइक एशियाज़ यंगेस्ट गर्ल जो ये पैराग्लाइडिंग कर रही है। ਜਦੋਂ ਉਹਨਾਂ ਸਾਰਿਆਂ ਨੂੰ ਕਿਹਾ ਕਿ ਇੱਕ ਛੋਟਾ ਬੇਬੀ ਹੈ ਨਾਲ 2 ਸਾਲ ਦਾ ਤੇ 8 ਤੋਂ 10 ਜਿਹੜੇ ਪਾਇਲਟ ਸੀਗੇ ਉਹਨਾਂ ਨੇ ਮਨਾ ਕਰ ਦਿੱਤਾ। ਤਾਂ ਜਦੋਂ ਬੱਚੇ ਇਸ ਏਜ ਦੇ ਹੁੰਦੇ ਨੇ ਤਾਂ ਯੂਜੂਅਲੀ ਪੈਰੈਂਟਸ ਬੜਾ ਸਾਂਭ ਕੇ ਰੱਖਦੇ ਨੇ, ਪਰ ਸਲੂਟ ਹੈ ਇਸ ਫੈਮਿਲੀ ਨੂੰ ਜਿਨ੍ਹਾਂ ਨੇ ਇਸ ਚੈਲੰਜ ਨੂੰ ਵੀ ਐਕਸੈਪਟ ਕੀਤਾ ਤਾਂ ਆਪਣੇ ਬੱਚੇ ਨੂੰ ਸ਼ੁਰੂਆਤ ਤੋਂ ਹੀ ਸਟਰੋਂਗ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਅੱਜ ਤੁਹਾਡੀ ਮੁਲਾਕਾਤ ਇੱਕ ਨੰਨੀ ਪਰੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੇ ਵਿਸ਼ਵ ਦੇ ਵਿੱਚ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਨੰਨੀ ਪਰੀ ਮੈਂ ਇਸ ਕਰਕੇ ਨਹੀਂ ਕਿਹਾ ਕਿ ਨੰਨੀ ਪਰੀ ਹੈ, ਇਹਦੀਆਂ ਹਰਕਤਾਂ ਵੀ ਪਰੀ ਵਰਗੀਆਂ ਨੇ। ਉੜਦੀ ਹੈ ਇਹ ਪਰੀ ਔਰ 2 ਸਾਲ ਦੀ ਉਮਰ ਦੇ ਵਿੱਚ ਇਸ ਪਰੀ ਨੇ ਪੈਰਾਗਲਾਈਡਿੰਗ ਜਿਹੜੀ ਹੈ ਕੀਤੀ ਹੋਈ ਹੈ। ਸਭ ਤੋਂ ਘੱਟ ਏਜ ਦੀ ਇਹ ਬੱਚੀ ਰਹੀ ਹੈ ਜਿਸ ਨੇ ਪੈਰਾਗਲਾਈਡਿੰਗ ਕੀਤੀ ਔਰ ਹੁਣ 4 ਸਾਲ ਦੀ ਹੋ ਚੁੱਕੀ ਹੈ। ਤੇ ਵੀ ਇੰਸਟਾਗ੍ਰਾਮ ਵੀਡੀਓਜ਼ ਦਾ ਵੀ ਬੜਾ ਸ਼ੌਂਕ ਹੈ। ਸਭ ਤੋਂ ਪਹਿਲਾਂ ਤਾਂ ਜਿਵੇਂ ਇੰਸਟਾਗ੍ਰਾਮ ਵੀਡੀਓ ਤੇ ਬੋਲਦੇ ਨੇ ਆਪਾਂ ਕੋਸ਼ਿਸ਼ ਕਰਾਂਗੇ ਕੁਝ ਸੁਣ ਲਈਏ। ਹੈਲੋ ਮੋਕਸ਼ਾ, I'm fine. आप ठीक हो? आप कैसे बोल रहे थे अपनी वीडियो में? हेलो फ्रेंड्स वो बोल के दिखाओ एक बार। Hello friends. आगे Myself Moksha Soi, International School is best place in the world. Mama name love me lot. He teach me all things. He make me new friends. He make me new learn things. ਤਾਂ ਮੈਨੂੰ ਲੱਗ ਰਿਹਾ ਵੀ ਇਹਨੇ ਆਇਲਸ ਵਾਲੇ ਬੱਚੇ ਵੀ ਅੱਜ ਨਾ ਫੇਲ ਕਰਨੇ ਆ ਜਿੱਦਾਂ ਦੀ ਇਹਦੀ ਅੰਗਰੇਜ਼ੀ ਹੈ। ਇੰਨੀ ਪ੍ਰੋਨੰਸੀਏਸ਼ਨ ਤੇ ਮਤਲਬ ਆਇਲਸ ਵਾਲਿਆਂ ਨੂੰ ਨਹੀਂ ਆਉਂਦੀ ਜਿੰਨਾ ਇਹ ਮਤਲਬ ਮਹਿਜ਼ 4 ਸਾਲ ਦੇ ਵਿੱਚ ਹੀ ਗਰੋ ਕਰ ਚੁੱਕੀ ਹੈ। ਤਾਂ ਅੱਜ ਮੋਕਸ਼ਾ ਦੇ ਗ੍ਰੈਂਡ ਪੇਰੈਂਟਸ ਤੇ ਇਹਦੇ ਪੇਰੈਂਟਸ ਸਾਡੇ ਨਾਲ ਮੌਜੂਦ ਨੇ, ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਕਿਵੇਂ ਅੰਬਰਸਰੀਓ, ਠੀਕ ਹੋ ਫਿਰ ਤੁਸੀਂ? ਆਲ ਗੁੱਡ, ਬਹੁਤ ਵਧੀਆ। ਤਾਂ ਮੈਨੂੰ ਲੱਗਦਾ ਇਹ ਮੰਮਾ ਦੀ ਪਰੀ ਹੈ ਕਿ ਪਾਪਾ ਦੀ ਪਰੀ ਹੈ? ਦੇਖੋ ਜੀ, ਬੱਚੇ ਤਾਂ ਸਾਰੇ ਲਈ, ਬਟ ਓਬਵੀਅਸਲੀ ਇੱਕ ਫਾਦਰ ਦੀ ਜਿਹੜਾ ਜ਼ਿਆਦਾ ਹੁੰਦਾ ਹੈ ਉਹ ਹੁੰਦਾ ਜ਼ਿਆਦਾ। ਤੇ ਓਬਵੀਅਸਲੀ ਮੇਰੇ ਹਿਸਾਬ ਨਾਲ ਪਹਿਲਾਂ ਥੋੜੀ ਦੇਰ ਤੱਕ ਤਾਂ 4 ਸਾਲ ਤੋਂ 3 ਸਾਲ ਤੱਕ ਤਾਂ ਮੇਰੇ ਤਰੀਕੇ ਨਾਲ ਚੱਲਦੀ ਆਈ। ਜਿਸ ਹੁਣ ਥੋੜ੍ਹਾ ਜਿਹਾ ਸਕੂਲ ਜਾਣਾ ਸ਼ੁਰੂ ਹੋਈ ਤੇ ਹੁਣ ਇਹਦੀ ਮਦਰ ਦਾ ਥੋੜ੍ਹਾ ਜਿਹਾ ਹੋਲਡ ਜ਼ਿਆਦਾ ਹੋ ਗਿਆ। ਜੈਲਸ ਕਰ ਰਹੇ ਹੋ? ਹਾਂ, ਜੈਲਸ ਹੁੰਦਾ ਦੇਖੋ ਜੀ, ਜ਼ਬਰਦਸਤ ਹੁੰਦਾ, ਜੈਲਸ ਹੁੰਦਾ, ਬਟ ਜਿਹੜਾ ਮੇਰੇ ਨਾਲ ਥੋੜ੍ਹਾ ਜ਼ਿਆਦਾ ਇਹਦਾ ਹੈਗਾ ਜੀ। ਆ ਦੇਖ ਲਓ, ਤੁਹਾਡੇ ਤੋਂ ਜੈਲਸ ਕਰੀ ਜਾਂਦੇ ਨਾਲ ਬਹਿ ਕੇ। ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਪਹਿਲਾਂ ਤਾਂ ਮਤਲਬ ਮੋਕਸ਼ਾ ਦੀ ਗੱਲ ਬਾਅਦ ਚੋਂ ਕਰਦੇ ਹੋ, ਜੈਲਸ ਕਰ ਰਹੇ ਹੋ, ਉਹ ਕਿੱਦਾਂ ਦੀ ਲੱਗ ਰਹੀ ਹੈ ਦੱਸੋ? ਨਹੀਂ, ਬਿਲਕੁਲ ਸਹੀ ਕਹਿ ਰਹੇ ਐਕਚੁਅਲੀ। ਪਹਿਲੇ ਬਿਲਕੁਲ ਇਹਨਾਂ ਦੇ ਅਕੋਰਡਿੰਗ ਸਭ ਕੁਝ ਹੋ ਰਿਹਾ ਸੀ ਬਿਕਾਜ਼ ਉਹਦੀ ਵੀ ਆਪਣੀ ਵਿਸ਼ੇਜ਼ ਥੋੜ੍ਹੀਆਂ ਘੱਟ ਸੀ, ਬਟ ਹੁਣ ਸਕੂਲ ਜਾਣ ਲੱਗ ਗਈ ਤੇ ਉਹਦੀ ਆਪਣੀਆਂ ਵਿਸ਼ੇਜ਼ ਵੀ ਬਹੁਤ ਵੱਧ ਗਈਆਂ। फिर वो आएगी मॉम मैंने ऐसे करना है, मॉम मैंने वैसे करना है। तो इसीलिए अब फिर मुझे भी होता है कि हाँ उसकी ये विश पूरी कर दूँ, स्कूल में जाना है। तो इसीलिए अब मेरी तरफ थोड़ा ज़्यादा अट्रैक्ट हो रही है। ਤਾਂ ਕੀ ਪਾਪਾ ਵਿਸ਼ੇਸ ਪੂਰੀਆਂ ਨਹੀਂ ਕਰਦੇ? ਨਹੀਂ, ਵਿਸ਼ੇਸ਼ ਤਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਇਹਦੀਆਂ। ਇਹਦਾ ਇੱਕ ਚੀਜ਼ ਗੱਲ ਕਹਿੰਦੀ ਹੈ ਤੇ ਅਗਲੇ ਦਿਨ ਪੂਰੀ ਹੋ ਜਾਂਦੀ ਹੈ। ਵਿਸ਼ੇਸ਼ ਪੱਕਾ ਇੱਕ ਚੀਜ਼ ਮਨਾ ਕੀਤੀ ਹੋਏਗੀ ਤੁਸੀਂ, ਤਦ ਹੀ ਤੁਹਾਡੇ ਤੋਂ ਥੋੜਾ ਜਿਹਾ ਸਾਈਡ ਹੋ ਗਈ। सबसे इम्पोर्टेंट उसका हेयर कट। ही इज़ ऑलवेज कि उसके बिल्कुल मैंने कट करवा देना है, ज़्यादा ग्रो नहीं करने। एंड शी इज़ लाइक नहीं, मैंने ग्रो करने ही करने हैं, मैंने मम्मा जैसे बाल रखने हैं ना। बिल्कुल मम्मा से ज़्यादा अपने टीचर्स को देख के वहाँ से ज़्यादा इन्फ्लुएंस हो जाती है। मैंने भी उनकी तरह लॉन्ग हेयर करने हैं, तो बस इसी की वजह से इनका वो थोड़ा सा हो जाता है। बाकी तो ये सारी विशेज़ करते हैं, इन्होंने ही करनी है पूरी। ਤਾਂ ਮਤਲਬ ਕਹਿ ਸਕਦੇ ਆ ਵੀ ਹੁਣ ਪਾਪਾ ਦੀ ਪਰੀ ਤੋਂ ਮੰਮਾ ਦੀ ਮਗਰਮੱਛ ਬਣ ਚੁੱਕੀ। ਨਹੀਂ, ਹਲੇ ਨਹੀਂ, ਇਹ ਨਹੀਂ ਕਹਿ ਸਕਦੇ। ਹਲੇ ਪਰੀ ਹੈ, ਪਰੀ ਤੇ ਆਲਵੇਜ਼ ਪਰੀ ਰਹਿਣਾ ਹੈ। ਆਪਣੀ ਗੱਲ ਨੂੰ ਥੱਲੇ ਨਹੀਂ ਡਿੱਗਣਾ, ਆਲਵੇਜ਼ ਪਰੀ ਹੈ ਤੇ ਰਹਿਣਾ ਵੀ ਪਰੀ ਹੈ। ਹਾਂ, ਇਹ ਤਾਂ ਪ੍ਰਿੰਸੈਸ ਹੈ, ਮੇਰੀ ਪ੍ਰਿੰਸੈਸ ਹੈ। अपनी बात नहीं, उसने अपनी बात पूरी करवानी है। चाहे 100 बार बोलो, 500 बार बोलो, उसने अपनी बात, चाहे आप अपनी बात बोलते रहो, उसने कहना नहीं मैं ही ठीक हूँ।
ਤਾਂ ਬਿਲਕੁਲ ਇੱਕ ਸਵਾਲ ਤੁਹਾਡੇ ਦੋਨੋਂ ਤੋਂ ਪੁੱਛਣਾ ਚਾਹੂੰਗੀ ਮੈਂ ਕਿ ਵਰਲਡ ਵਾਈਡ ਰਿਕਾਰਡਸ ਤੋਂ ਬੱਚੇ ਦਾ ਨਾਮ ਜਿਹੜਾ ਹੈ ਆਇਆ, ਇਨਾਮ ਦਿੱਤਾ ਗਿਆ, ਸਨਮਾਨ ਹੋਇਆ ਬੱਚੇ ਦਾ, ਤਾਂ ਕਿਵੇਂ ਸਭ ਤੋਂ ਪਹਿਲਾਂ ਮਹਿਸੂਸ ਹੋ ਰਿਹਾ? ਨਹੀਂ, ਬਹੁਤ ਪ੍ਰਾਊਡ ਵਾਲੀ ਫੀਲਿੰਗ ਆਉਂਦੀ ਹੈ ਕਿ ਮਤਲਬ ਬੜੀ ਇੱਕ ਅੰਦਰੋਂ ਬੜੀ ਖੁਸ਼ੀ ਮਿਲਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਅਚੀਵਮੈਂਟ ਮਿਲਦੀ ਹੈ ਤੇ ਇੱਕ ਸਭ ਤੋਂ ਪਹਿਲੀ ਜਿਹੜੀ ਉਹਦੇ ਪੇਰੈਂਟਸ ਜਿਹੜੇ ਹੁੰਦੇ ਆ, ਜਿਹੜੀ ਆਪਣੀ ਫੈਮਿਲੀ ਹੈ ਜਾਂ ਜਿਹੜੇ ਬਿਲਕੁਲ ਟੱਚ ਕੰਸਰਨ ਨੇ, ਉਹਨਾਂ ਸਭ ਤੋਂ ਜ਼ਿਆਦਾ ਖੁਸ਼ੀ ਸੀ। ਓਬਵੀਅਸਲੀ ਮੈਨੂੰ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਇਹ ਚੀਜ਼ ਦੇ, ਜਦੋਂ ਅਸੀਂ ਬੇਸਿਕਲੀ ਕੀ ਹੈ ਕਿ ਕੋਈ ਰਿਕਾਰਡ ਦਾ ਕੋਈ ਮਨ ਦੇ ਵਿੱਚ ਸੀਗਾ ਵੀ ਨਹੀਂ। ਬੇਸਿਕਲੀ ਜਦੋਂ ਅਸੀਂ ਪੈਰਾਗਲਾਈਡਿੰਗ, ਉਹ ਤਾਂ ਸਿਰਫ ਇਹਦਾ ਜਿਹੜਾ ਰਿਕਾਰਡ ਬਣਿਆ ਉਹ ਤਾਂ ਸਿਰਫ ਇਹਦੀ ਮਨ ਦੀ ਇੱਛਾ ਸੀ ਤੇ ਮੇਰੇ ਮਨ ਦੀ ਇੱਛਾ ਸੀ ਕਿ ਬੇਸਿਕਲੀ ਇਸ ਕਰਕੇ ਕਿਉਂਕਿ ਵੀ ਬੋਥ ਆਰ ਵੈਰੀ ਐਡਵੈਂਚਰਸ, ਤੋ ਇਸ ਕਰਕੇ ਮੇਰੀ ਵੀ ਇਹੀ ਇੱਛਾ ਸੀਗੀ ਕਿ ਇਹ ਵੀ ਐਡਵੈਂਚਰਸ ਹੀ ਰਵੇ। ਸੋ ਮਤਲਬ ਲੱਕੀਲੀ ਕਿ ਜਦੋਂ ਅਸੀਂ ਉੱਥੇ ਪੈਰਾਗਲਾਈਡਿੰਗ ਉੱਥੇ ਪਹੁੰਚੇ ਜਦੋਂ ਉਸ ਏਰੀਆ ਦੇ ਵਿੱਚ, ਤੇ ਇਹ ਜ਼ਿਆਦਾ ਡੈਸਪਰੇਟ ਸੀ ਕਿ ਮੈਨੇ ਪੈਰਾਗਲਾਈਡਿੰਗ ਕਰਨੀ ਹੈ। ਸੋ ਅਸੀਂ ਕਿਸੇ ਤਰ੍ਹਾਂ ਦਾ ਥਾਟ ਨਹੀਂ ਸੀਗਾ ਕੋਈ ਕਿ ਇਹ ਕੋਈ ਰੈਕਟ ਬਣਾਉਣਾ ਜਾਂ ਕੋਈ ਰੈਕਟ ਦੀ ਸੋਚ ਦੇ ਵਿੱਚ ਅਸੀਂ ਆਪਾਂ ਗਏ ਹੋਵਾਂਗੇ ਕਿ ਨਹੀਂ, ਬਟ ਨਹੀਂ, ਉਹ ਸਿਰਫ ਇੱਕ ਮੋਮੈਂਟ ਸੀਗਾ। ਇਹ ਵੀ ਉਹੋ ਜਿਹੀ ਸੀਗੀ ਕਿ ਮਤਲਬ ਕਿ ਐਡਵੈਂਚਰ ਕਿ ਮੁਝੇ ਪੈਰਾਗਲਾਈਡਿੰਗ ਕਰਨੀ ਹੈ। ਸੋ ਸਭ ਤੋਂ ਵੱਡੀ ਗੱਲ ਕਿ ਇਹ ਹਰ ਚੀਜ਼ ਨੂੰ ਨਾ ਬਚਪਨ ਤੋਂ ਹੀ ਇਹ ਓਬਜ਼ਰਵ ਬਹੁਤ ਕਰਦੀ ਰਹੀ ਹੈ, ਸ਼ੁਰੂ ਤੋਂ ਹੀ ਓਬਜ਼ਰਵ ਕਿ ਹਰ ਚੀਜ਼ ਨੂੰ ਅੱਜ ਵੀ ਟਿਲ ਦੇ ਕਿ ਮੇਰੇ ਹਿਸਾਬ ਨਾਲ ਬਹੁਤ ਯੰਗ ਏਜ ਸੀ ਜਦੋਂ ਇਹਨੂੰ ਰਸਤੇ ਵੀ ਪਤਾ ਹੁੰਦੇ ਸੀਗੇ ਕਿ ਇਹ ਇੱਥੇ ਆ ਗਏ तो ਇਹ ਕਹਿ रहा ਹੁੰਦਾ कि डाडा हम यहाँ पहुँच गए हैं, अब वही वाला बोर्ड लगा हुआ है, वही वाला मतलब ऑब्जर्वेंस बहुत अच्छी सी, एक्सप्लोर बहुत करना ਚਾਹੁੰਦੇ ਸੀ। ਸੋ ਉੱਥੇ ਇਹਦੇ ਕਾਰਨ ਜ਼ਿਆਦਾ ਅਸੀਂ ਹੋਏ ਇੱਛਾ ਕਿ ਪੈਰਾਗਲਾਈਡਿੰਗ ਕਰਨ ਲਈ। ਸੋ ਅੱਜ ਇਹ ਰਿਜ਼ਲਟ ਮਿਲਿਆ ਤੇ ਬੜੀ ਖੁਸ਼ੀ ਮਿਲੀ ਇਸ ਚੀਜ਼ ਦੇ ਨਾਲ, ਬਹੁਤ ਅੱਛਾ ਲੱਗ ਰਿਹਾ ਕਿ ਨਾਲ ਚਲੋ ਅਚੀਵਮੈਂਟ ਇੱਕ ਬੱਚੇ ਲਈ ਇੱਕ ਚੀਜ਼ ਆਉਂਦੀ ਹੈ ਤੇ ਬੜੀ ਖੁਸ਼ੀ ਮਿਲਦੀ ਹੈ ਇਸ ਚੀਜ਼ ਦੇ ਤਾਂ ਨਾਲ। ਮੈਮ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਇਸ ਟਾਈਮ ਤੇ, ਔਰ ਕਿੱਦਾਂ ਦਾ ਐਕਸਪੀਰੀਅੰਸ ਸੀ ਜਦੋਂ ਪੈਰਾਗਲਾਈਡਿੰਗ ਕਰ ਰਹੀ ਸੀ? ਕਿ ਮਾਂ ਦਾ ਦਿਲ ਬੜਾ ਕੋਮਲ ਹੁੰਦਾ। ਬਿਲਕੁਲ, ਮੈਂ ਇਸ ਟਾਈਮ ਤੇ ਬਲੈਸਡ ਫੀਲ ਕਰ ਰਹੀ ਹਾਂ, ਬਟ ਉਸ ਟਾਈਮ ਤੇ ਆਈ ਵਾਸ ਰੀਅਲੀ ਸਕੈਰਡ। ਮਤਲਬ ਇੱਕ ਅੰਦਰੋਂ ਦਿਲ ਜਿਹੜਾ ਆਪਣੇ ਲਈ ਘੱਟ ਕੰਬ ਰਿਹਾ ਸੀ, ਇਹਦੇ ਲਈ ਜ਼ਿਆਦਾ ਕੰਬ ਰਿਹਾ ਸੀ ਕਿ ਅਗਰ ਕੁਝ ਵੀ ਮਤਲਬ ਚਾਹੇ ਕੁਛ ਨਹੀਂ ਹੋਣਾ ਸੀ। ਆਈ ਨੋ ਕਿ ਮੈਂ ਬਿਲਕੁਲ ਸਟਰੋਂਗ ਹੈਂਡਸ ਦੇ ਵਿੱਚ ਉਦੋਂ ਸੀ, ਬਟ ਸਟਿਲ ਇੱਕ ਅੰਦਰੋਂ ਬਹੁਤ ਫੇਅਰਫੁਲ ਮੂਮੈਂਟ ਸੀ। ਬਟ ਉਹਦੀ ਡੈਸਪੀਰੇਸ਼ਨ ਇੰਨੀ ਸੀ कि मैंने करनी है, आई जस्ट वांट टू डू। हमने एक क्लिप भी रिकॉर्ड करी थी जिसमें ये बार बार पैराग्लाइडिंग, तो वो सब हमें मना कर रहे थे कि नहीं, फिर ये नहीं, मैंने करनी है। तो कोई एक्सपर्ट आए जिन्होंने फिर हमें बोला कि ओके आई विल हेल्प यू आउट। तो फिर लेकिन इसने शी रियली एंजॉयड इट। तो उसके बाद हमें मतलब अच्छा लग रहा था, और उन्होंने हमें फिर बताया कि हमें तो कुछ पता नहीं था रैकेट ऐसे कुछ है सेट या, तो उन्होंने हमें बताया कि मैंने इतने बच्चों को कराई है, बट शी इज़ द वर्ल्ड लाइक एशियाज यंगेस्ट गर्ल जो ये पैराग्लाइडिंग कर रही है, एंड दैट टू एशिया के हाईएस्ट पॉइंट से। तो फिर बस तभी से हमारे दिमाग में था, बट ड्यू टू सम रीजंस, कोविड भी था थोड़ा, फिर कोविड के बाद वर्क प्रेशर हो गया, तो वी कुडंट अप्लाई फॉर दैट। बट जब अप्लाई किया और फिर सब कुछ सबमिट हो गया, वी वर रियली ग्लैड। ਤਾਂ ਸਰ ਮੈਂ ਜਾਨਣਾ ਚਾਹੂੰਗੀ ਕਿ ਯੂਜਲੀ ਜਿਹੜੇ ਪਾਇਲਟਸ ਹੁੰਦੇ ਨੇ ਪੈਰਾਗਲਾਈਡਿੰਗ ਬੱਚਿਆਂ ਨੂੰ ਕਰਵਾਉਣ ਦੇ ਲਈ ਜਲਦੀ ਨਹੀਂ ਮੰਨਦੇ, ਤਾਂ ਉਦੋਂ ਕਿਵੇਂ ਦਾ ਐਕਸਪੀਰੀਅੰਸ ਸੀਗਾ, ਕਿੱਦਾਂ ਬਣਾਇਆ ਫਿਰ ਪਾਇਲਟ ਨੂੰ? ਇਹ ਵੀ ਇੱਕ ਬੜਾ ਵਧੀਆ ਕਿੱਸਾ ਰਿਹਾ ਉਸ ਟਾਈਮ ਤੇ ਉੱਥੇ ਜਦੋਂ ਮਤਲਬ ਜਦੋਂ ਅਸੀਂ ਪੈਰਾਗਲਾਈਡਿੰਗ ਲਈ ਉੱਥੇ, ਕਿਉਂਕਿ ਉੱਥੇ ਇੱਕ ਕਾਊਂਟਰਸ ਬਣੇ ਹੁੰਦੇ ਨੇ ਉੱਥੇ, ਜਦੋਂ ਉਹਨਾਂ ਸਾਰਿਆਂ ਨੂੰ ਕਿਹਾ ਕਿ ਇੱਕ ਛੋਟਾ ਬੇਬੀ ਹੈ ਨਾਲ 2 ਸਾਲ ਦਾ, ਤੇ ਮੋਸਟਲੀ ਮਤਲਬ 8 ਤੋਂ 10 ਜਿਹੜੇ ਪਾਇਲਟ ਜਿਹੜੇ ਸੀਗੇ ਉਹਨਾਂ ਨੇ ਮਨਾ ਕਰ ਦਿੱਤਾ ਕਿ ਇਹਨੇ ਛੋਟੇ ਬੱਚੇ ਦੇ ਨਾਲ ਅਸੀਂ ਨਹੀਂ ਕਰ ਸਕਦੇ, ਡਰ ਹੈ, ਰਿਸਕ ਹੈ, ਨਹੀਂ ਹੈ। ਸੋ ਕਿਸੇ ਟਾਈਮ ਤੇ ਉਹਨਾਂ ਨੇ ਇਸ ਤਰ੍ਹਾਂ ਕਰ ਦੇਣਾ ਕਿ ਮਨ, ਕਿਉਂਕਿ ਆਫਟਰ ਆਲ ਦਾ ਇੱਕ ਬੱਚਾ ਹੈ, ਥੋੜ੍ਹਾ ਜਿਹਾ ਮਨ ਦੇ ਵਿੱਚ ਤੇ ਆਉਂਦਾ ਹੀ ਹੈ, ਸਿਕਿਉਰਿਟੀ ਸੇਫਟੀ ਹਰ ਚੀਜ਼ ਰੱਖਣੀ ਹੁੰਦੀ ਹੈ, ਬਟ ਇੱਕ ਚਾਹ ਸੀਗੀ ਮਨ ਦੇ ਅੰਦਰ, ਆਪਣੀ ਵੀ ਚਾਹ ਸੀਗੀ, ਤੇ ਇੱਕ ਸੈਕਿੰਡ ਜਿਹੜਾ ਇਹਦਾ ਆਪਣੇ ਅੰਦਰ ਦਾ ਸੀਗਾ ਕਿ ਮੁਝੇ ਕਰਨੀ ਹੈ। ਬਸ ਉਹੀ ਮੋਟਿਵ ਸੀਗਾ ਜਿਹੜਾ ਕਿ ਫਿਰ ਜਗ੍ਹਾ ਤੇ ਜਾ ਕੇ ਪੁੱਛਿਆ। ਫਿਰ ਇੱਕ ਲੱਕੀਲੀ ਸਾਨੂੰ ਇੱਕ ਪਾਇਲਟ ਮਿਲਿਆ ਕਿ ਉਹਨੇ ਕਿਹਾ ਕਿ ਉਹ ਕਾਫੀ ਐਕਸਪਰਟ ਪਾਇਲਟ ਸੀਗਾ, ਕਾਫੀ ਦੇਰ ਤੋਂ ਜਦੋਂ ਦੀ ਇਹ ਸਪੋਰਟ ਉੱਥੇ ਸ਼ੁਰੂ ਹੋਈ ਸੀ ਉਦੋਂ ਤੋਂ ਉਹ ਪਾਇਲਟ ਸੀਗਾ ਉੱਥੇ। ਸੋ ਫਾਈਨਲੀ ਆਪਾਂ ਉਹ ਪਾਇਲਟ ਨੂੰ ਮਿਲੇ, ਉਹ ਵੀ ਕਿਸੇ ਦੇ ਥਰੂ ਮਿਲੇ, ਤੇ ਉਹਨੇ ਬੜਾ ਸਟਰੋਂਗਲੀ ਸਾਨੂੰ ਇਸ ਚੀਜ਼ ਨੂੰ ਕਿਹਾ ਕਿ ਮੈਂ ਕਰਵਾਤਾ ਹੂੰ। ਤੋ ਫਿਰ ਅਸੀਂ ਮਤਲਬ ਜਦੋਂ ਉਹਨੇ 1-2 ਗੱਲਾਂ ਕੀਤੀਆਂ, ਜਿਹੜਾ ਅਸੀਂ ਥੋੜਾ ਡਾਈਸੀ ਹੋਏ ਵੀ ਸੀਗੇ ਪਹਿਲਾਂ ਕਿ ਜਿਹੜੇ ਸਾਨੂੰ ਪੁਰਾਣੇ ਪਾਇਲਟਸ ਨੇ ਡਾਈਸੀ ਕੀਤਾ ਸੀਗਾ, ਉਹ ਫਿਰ ਅਸੀਂ ਵਾਪਸ ਥੋੜਾ ਜਿਹਾ ਸਟਰੋਂਗ ਫੀਲ ਕੀਤਾ ਉਸ ਚੀਜ਼ ਦੇ ਕਿ ਨਹੀਂ ਯਾਰ ਹੁਣ ਕਰਨੀ ਹੈ, ਬਸ ਪਾਇਲਟ ਮਿਲ ਗਿਆ। ਜਦੋਂ ਉਹ ਕੌਨਫੀਡੈਂਟ ਸੀਗਾ ਤੇ ਅਸੀਂ ਹੋਰ ਕੌਨਫੀਡੈਂਟ ਹੋ ਗਏ ਕਿ ਨਹੀਂ ਕਰਨੀ ਹੈ। ਸੋ ਮਤਲਬ ਕਾਫੀ ਟਾਈਮ ਫੇਸ ਕੀਤਾ ਅਸੀਂ ਉਸ ਚੀਜ਼ ਨੂੰ ਕਰਨ ਲਈ ਵੀ, ਅਸੀਂ ਕਾਫੀ ਟਾਈਮ ਲਗਾਇਆ ਇਸ ਚੀਜ਼ ਤੇ ਤੇ। ਜਦੋਂ ਪੈਰਾਗਲਾਈਡਿੰਗ ਫਿਨਿਸ਼ ਕਰਕੇ ਤੁਹਾਡੇ ਕੋਲ ਮੋਕਸ਼ਾ ਆਉਂਦੀ ਹੈ, ਕਿੱਦਾਂ ਦੀ ਫੀਲਿੰਗ ਰਹਿੰਦੀ ਹੈ? ਆਪਸ 'ਚ ਕੋਈ ਗੱਲ ਹੋਈ, ਕਿਉਂਕਿ ਜੈਲਸ ਤਾਂ ਮਤਲਬ ਤੁਸੀਂ ਕਰਦੇ ਇੱਕ ਦੂਜੇ ਤੋਂ, ਤਾਂ ਇੱਦਾਂ ਦੀ ਕੋਈ ਗੱਲ ਹੋਈ ਵੀ ਦੇਖ ਲੈ ਮੇਰੇ ਤੇ ਗਈ ਹੈ, ਮੇਰੀ ਕੁੜੀ ਹੈ, ਕੁਛ ਇੱਦਾਂ ਦਾ? ਨਹੀਂ ਵੈਸੇ ਤਾਂ ਸ਼ੀ ਇਜ਼ ਵੈਰੀ ਲਵਿੰਗ, ਇਹ ਵੀ ਤੇ ਉਹ ਵੀ ਦੋਨੋਂ ਹੀ
ਲਵਿੰਗ ਨੇ, ਬਟ ਇਹ ਹੈ ਕਿ ਕਿਤੇ ਨਾ ਕਿਤੇ ਤਾਂ ਹੁੰਦਾ ਹੀ ਹੈ ਥੋੜਾ ਬਹੁਤਾ, ਇੱਕ ਕੰਪੀਟੀਸ਼ਨ ਚੱਲਦਾ ਰਹਿੰਦਾ ਨਾ ਹਸਬੈਂਡ ਵਾਈਫ 'ਚ, ਕਿਤੇ ਨਾ ਕਿਤੇ ਬੱਚੇ ਨੂੰ ਲੱਗੇ ਕੰਪੀਟੀਸ਼ਨ ਹੁੰਦਾ ਹੀ ਹੁੰਦਾ। ਇਹ ਕਹਿੰਦੇ ਨਹੀਂ ਹੈ ਜਦੋਂ ਕੋਈ ਬੁਰਾ ਕੰਮ ਕਰੇ, ਤੁਹਾਡੀ ਕੁੜੀ ਹੈ ਲੇਟ ਕਰਦੀ ਪਈ ਹੈ, ਇਹ ਕਰਦੀ ਪਈ ਹੈ, ਤੇ ਵਧੀਆ ਹੋਵੇ ਤੇ ਮੇਰੀ ਕੁੜੀ ਹੈ, ਮੈਂ ਆਪਣੇ ਬੱਚੇ ਨੂੰ ਵੇਖਣਾ ਪਹਿਲਾਂ, ਮੈਂ ਆਪਣਾ ਬੱਚਾ ਵੇਖਾਂ ਪਹਿਲਾਂ ਕਿ ਮੈਂ ਹੋਰ ਚੀਜ਼ ਦੇਖਾਂ ਪਹਿਲਾਂ। ਸੋ ਇਹ ਚੀਜ਼ਾਂ ਵੀ ਹੁੰਦੀਆਂ ਨੇ। ਸੋ ਕਿਤੇ ਨਾ ਕਿਤੇ ਕੰਪੀਟੀਸ਼ਨ ਥੋੜਾ ਜਿਹਾ ਚੱਲਦਾ ਰਹਿੰਦਾ ਹੈ ਹਸਬੈਂਡ ਵਾਈਫ ਦੇ ਇਹ ਵਿੱਚ। ਚੀਜ਼ ਕਹਿੰਦੇ ਕਿ ਜਦੋਂ ਬੱਚਾ ਕੁਝ ਮਾੜਾ ਕਰਦਾ ਨਾ ਤਾਂ ਇਹ ਕਹਿ ਜਾਂਦੇ ਤੇਰੀ ਮਾਂ ਨੇ ਸਿਖਾਇਆ ਨਹੀਂ ਹੈ, ਤੇ ਜਦੋਂ ਕੁਝ ਚੰਗਾ ਕਰਦਾ ਯਾਰ ਉਹ ਬੰਦੇ ਦੀ ਕੁੜੀ ਹੈ ਬੜਾ ਵਧੀਆ, ਕਿਤੇ ਮਤਲਬ ਪਾਪਾ ਦਾ ਨਾਮ ਅੱਛੇ ਚ ਆਉਂਦਾ ਹੈ ਤੇ ਮਾਂ ਦਾ ਨਾਮ ਬੁਰੇ ਚ ਆਉਂਦਾ ਹੈ। ਤੇ ਇਹ ਲੱਗਦਾ ਤੁਹਾਨੂੰ ਕਿ ਕਿਤੇ ਬੀਇੰਗ ਅ ਮਦਰ ਬੜਾ ਮਤਲਬ ਕਨਫਿਊਜ਼ਿੰਗ ਜਿਹਾ ਰਹਿੰਦਾ ਹੈ? ਬਿਲਕੁਲ ਬਿਲकुल ਇਹ ਹਮੇਸ਼ਾ ਰਹਿੰਦਾ। ਫਿਰ ਮੈਂ ਜਾਣੀ ਮੰਮਾ ਕੋਲ, ਮੰਮਾ ਦੇਖੋ ਕੁਝ ਗੜਬੜ ਕਰਦੀ ਹੈ ਤੇ ਮੇਰੇ ਤੇ ਨਾ ਮੰਮਾ ਕਹਿੰਦੀ ਇਹ ਹੋਣਾ ਹੀ ਹੋਣਾ ਹੈ, ਇਹ ਸਾਰੀ ਉਮਰ ਇਹੀ ਹੋਣਾ ਹੈ। ਤਾਂ ਹੁਣ ਮਾਈਂਡ ਸੈਟ ਚੱਲਿਆ ਹੋਇਆ ਹੈ ਕਿ ਇੱਕ ਅਸੈਪਟ ਕਰ ਲੈਂਦਾ ਬੰਦਾ ਉਸ ਚੀਜ਼ ਨੂੰ, ਤੇ ਹੁਣ ਇਹ ਅਸੈਪਟਡ ਹੈ ਕਿ ਤਾਂ ਬਿਲਕੁਲ ਮੋਕਸ਼ਾ ਇੰਟਰਵਿਊ ਦੇ ਵਿੱਚ ਨਾਲ ਘੁੰਮਦੀ ਵੀ ਨਜ਼ਰ ਆ ਰਹੀ ਹੈ, ਕਿਉਂਕਿ ਬੱਚੇ ਜਿਹੜੇ ਕਦੇ ਟਿਕ ਕੇ ज़्यादा बहते नहीं। अच्छा मोक्षा, पैराग्लाइडिंग करके अच्छा लगा था आपको? यस, कितना मज़ा आया था? बहुत ਜ਼ਿਆਦਾ। ਤਾਂ ਮੋਕਸ਼ਾ ਦੇ ਨਾਲ ਗ੍ਰੈਂਡ ਪੇਰੈਂਟਸ ਵੀ ਬੈਠੇ ਨੇ, ਗੱਲਬਾਤ ਕਰ ਲੈਣਾ। ਦਾਦੀ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵੀ, ਤੁਹਾਡੀ ਬੱਚੀ ਨੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਤਾਂ ਮਾਤਾ ਪਿਤਾ ਨੂੰ ਝੜਕਾ ਦਿੱਤੀਆਂ ਸੀ ਜਦੋਂ ਪਤਾ ਲੱਗਿਆ ਤੁਹਾਨੂੰ ਬੱਚੀ ਪੈਰਾਗਲਾਈਡਿੰਗ ਕਰਕੇ ਆਈ ਹੈ? ਨਹੀਂ ਖੁਸ਼ੀ ਹੋਈ ਸੀ, ਝਿੜਕਾਂ ਤਾਂ ਨਹੀਂ ਦਿੱਤੀਆਂ, ਖੁਸ਼ੀ ਹੋਈ ਸੀ ਕਿ ਬਹੁਤ ਅੱਛਾ ਕੀਤਾ। ਪਰ ਮੈਂ ਉਦੋਂ ਤੋਂ ਹੀ ਇਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਇਹਦਾ ਵਰਲਡ 'ਚ ਨਾਮ ਕਰਾਓ। ਫਿਰ ਕੋਵਿਡ ਕਰਕੇ ਅਸੀਂ ਰੁਕ ਗਏ, ਉਹ ਨਹੀਂ ਹੋ ਨਹੀਂ ਪਾਇਆ ਉਸ ਤੋਂ। ਕੋਵਿਡ ਤੋਂ ਬਾਅਦ ਫਿਰ ਇਹਨਾਂ ਨੇ ਵੀ ਤਿਆਰੀ ਕੀਤੀ। ਤਾਂ ਸਰ ਤੁਹਾਡੀ ਕਿੱਦਾਂ ਦੀ ਫੀਲਿੰਗ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੱਚੇ ਨੇ ਵਰਲਡ ਵਾਈਡ ਮਤਲਬ ਆਪਣਾ ਨਾਮ ਜਿਹੜਾ ਰੌਸ਼ਨ ਕੀਤਾ ਹੈ? ਲੱਗਾ ਤਾਂ ਅੱਛਾ ਸੀ, ਪਰ ਮੇਰੇ ਮਨ 'ਚ ਡਰ ਸੀ ਚੋਟ ਨਾ ਕੋ ਲੱਗ ਜਾਂਦੀ ਹੈ, ਵੀ ਛੋਟਾ ਬੱਚਾ ਹੈ, ਮੈਂ ਇਸ ਕਰਕੇ ਘਬਰਾ ਰਿਹਾ ਸੀਗਾ। ਚਲੋ ਖੁਰ ਵੀ ਬੱਚਾ ਹੀ ਲੱਗਾ ਤਾਂ ਬਹੁਤ ਅੱਛਾ ਹੈ, ਪਰ ਇਹ ਡਰ ਹੈ ਸੀ ਵੀ ਛੋਟੇ ਬੱਚੇ ਨੂੰ ਚੋਟ ਲੱਗ ਜਾਂਦੀ ਤੇ ਫਿਰ ਕੀ ਹੁੰਦਾ। ਕਹਿੰਦੇ ਫਾਦਰ ਥੋੜੇ ਜਿਹੇ ਸਟ੍ਰਿਕਟ ਹੁੰਦੇ ਆ, ਤਾਂ ਤੁਸੀਂ ਮੋਕਸ਼ਾ ਦੇ ਫਾਦਰ ਨੂੰ ਕੁਝ ਕਿਹਾ ਸੀਗਾ ਕਿ ਵੀ ਆਹ ਚੀਜ਼ ਨਾ ਕਰਾਂਦੇ? ਜ਼ਿਆਦਾ ਨਹੀਂ ਕਿਹਾ ਕੁਛ, ਮਤਲਬ ਕਿਹਾ ਸੀ ਉਹਦਾ ਥੋੜਾ ਕਿਹਾ ਸੀ ਵੀ ਛੋਟਾ ਬੱਚਾ ਹੈ, ਕੁਛ ਚੋਟ ਵੀ ਲੱਗ ਜਾਂਦੀ ਫਿਰ ਕੀ ਹੁੰਦਾ, ਬਸ ਐ। ਬਿਲਕੁਲ। ਆ ਦੇਖੋ ਤੁਸੀਂ ਵੀ ਇਹਦੇ ਵੀ ਮਾਤਾ ਪਿਤਾ ਬੈਠੇ ਨੇ, ਤਾਂ ਕੋਈ ਇਹਨਾਂ ਦੇ ਮਾਤਾ ਪਿਤਾ ਵੀ ਬੈਠੇ ਨੇ, ਤੇ ਇੱਕ ਦੂਜੇ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਜਿਹੜੀ ਇਹਨਾਂ ਨੂੰ ਕੀਤੀ ਜਾਂਦੀ ਹੈ। ਵੀ ਉਹ ਕਹਿ ਰਹੇ ਬਿਲਕੁਲ ਥੋੜਾ ਜਿਹਾ ਕਿਹਾ ਸੀ, ਸੱਚੀ ਥੋੜਾ ਵਾਲਾ ਸੀ ਕਿ ਬਹੁਤ ਜ਼ਿਆਦਾ ਸੀ? ਉਹ ਨਹੀਂ ਕਿਹਾ ਤੇ ਬਿਲਕੁਲ ਥੋੜਾ ਜਿਹਾ ਸੀਗਾ, ਕਿਉਂਕਿ ਐਕਸਪਲੋਰ ਕਰਨ ਦੇ ਵਿੱਚ ਉਹਨਾਂ ਨੇ ਕਦੀ ਵੀ ਸਾਨੂੰ ਪਿੱਛੇ ਨਹੀਂ ਰੱਖਿਆ ਕਿ ਉਹਨਾਂ ਨੇ ਇਸ ਚੀਜ਼ ਦੇ ਵਿੱਚ ਤਾਂ ਹਮੇਸ਼ਾ ਕਿ ਐਕਸਪਲੋਰ ਕਰੋ, ਬਟ ਇੱਕ ਕੁਝ ਲਿਮਿਟ ਦੇ ਵਿੱਚ ਜੋ ਤੁਹਾਡੇ ਲਈ ਠੀਕ ਰਹੇ, ਉਸ ਚੀਜ਼ ਦੇ ਵਿੱਚ ਕਦੀ ਵੀ ਉਹਨਾਂ ਨੇ ਨਹੀਂ ਕੀਤਾ। ਹਾਂ ਓਬਵੀਅਸਲੀ ਕੰਸਰਨ ਜਦੋਂ ਹੁੰਦਾ ਹੈ ਇੱਕ ਬਿਲਕੁਲ ਡਿਫਰੈਂਟ ਚੀਜ਼ ਹੁੰਦੀ ਹੈ ਤੇ ਹਰ ਇੱਕ ਨੂੰ ਕੰਸਰਨ ਹੁੰਦਾ ਹੈ। ਇਹ ਅਸੀਂ ਕੀਤੀ ਜ਼ਰੂਰ ਹੈ, ਬਟ ਡਾਈਸੀ ਅਸੀਂ ਵੀ ਅੰਦਰੋਂ ਸੀਗੇ। ਕੁਝ ਇੱਕ ਮੂਮੈਂਟਸ ਐਸੇ ਸੀਗੇ ਕਿ ਜਿਹੜੇ ਚੀਜ਼ ਦੇ ਵਿੱਚ ਸਾਨੂੰ ਵੀ ਜਦੋਂ ਕਿ ਦੂਸਰੇ ਨਾਲ ਗੱਲ ਕਰਦੇ ਸੀ ਤੇ ਮਨ ਦੇ ਵਿੱਚ ਆਉਂਦਾ ਸੀਗਾ ਕਿ ਨਹੀਂ ਕਰੀਏ, ਕਿਉਂਕਿ ਕੋਈ ਹੁੰਦਾ ਹੈ, ਕੋਈ ਦੇਖੋ ਹਰ ਤਰ੍ਹਾਂ ਦੀ ਸਰਾਊਂਡਿੰਗਸ ਤੁਹਾਡੇ ਨਾਲ ਹੁੰਦੀਆਂ ਨੇ, ਕੋਈ ਤੁਹਾਨੂੰ ਉੱਪਰ ਲੈ ਕੇ ਜਾਣ ਵਾਲਾ ਵੀ ਹੁੰਦਾ ਤੇ ਕੋਈ ਤੁਹਾਨੂੰ ਨੀਚੇ ਲੈ ਕੇ ਜਾਣ ਵਾਲਾ ਵੀ ਹੁੰਦਾ। ਸੋ ਉਹ ਉਸ ਟਾਈਮ 'ਤੇ ਇੱਕ ਮਨ ਦੀ ਫੀਲਿੰਗ ਸੀ ਕਿ ਕਰਨਾ ਸੀ, ਉਹ ਪਲੱਸ ਸਾਈਡ 'ਤੇ ਜ਼ਿਆਦਾ ਸੀਗੀ, ਤਾਂ ਅਸੀਂ ਉਸ ਚੀਜ਼ ਨੂੰ ਜ਼ਿਆਦਾ ਪਕੜ ਕੇ ਅਸੀਂ ਕਰ ਲਿਆ ਸੀ ਇਸ ਚੀਜ਼ ਦੇ। ਕਿ ਉਹੀ ਕਹਿੰਦੇ ਆ ਕਿ ਡਰ ਕੇ ਆਗੇ ਜੀਤ ਹੈ। ਜਦੋਂ ਕੀਤਾ ਤੇ ਡਰ ਤਾਂ ਪਹਿਲਾਂ ਸੀਗਾ, ਬਟ ਜਦੋਂ ਕੀਤਾ ਤੇ ਵੀ ਫੀਲ ਕਿ ਇਟਸ ਔਸਮ, ਮਤਲਬ ਇਸ ਤੋਂ ਵਧੀਆ, ਮਤਲਬ ਬਹੁਤ ਵਧੀਆ ਐਕਸਪੀਰੀਅੰਸ ਅਸੀਂ ਲੈ ਕੇ ਜਾ ਰਹੇ ਸੀ ਉਸ ਟਾਈਮ। ਤਾਂ ਬਿਲਕੁਲ ਜਿਹੜੇ ਪੇਰੈਂਟਸ ਹੁੰਦੇ ਨੇ ਬੱਚਿਆਂ ਦੇ ਲਈ, ਸਪੈਸ਼ਲੀ ਜੇਕਰ ਡਾਟਰਸ ਦੀ ਗੱਲ ਕਰ ਲਈਏ, ਤਾਂ ਉਹ ਮਤਲਬ ਕਹਿੰਦੇ ਨੇ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਫੁੱਲਾਂ ਵਾਂਗੂ ਰਹਿਣ। ਵੈਸੇ ਬੇਟਿਆਂ ਤੋਂ ਵੀ ਬਹੁਤ ਉੱਪਰ ਜਾਂਦੀਆਂ ਨੇ ਬੇਟੀਆਂ। ਤਾਂ ਹੁਣ ਫਿਊਚਰ ਕਿਵੇਂ ਦੇਖਦੇ ਹੋ? ਫਿਊਚਰ ਦੇ ਵਿੱਚ ਕਿੱਦਾਂ ਅੱਗੇ ਇਹਨੂੰ ਹੋਰ ਕੰਟੀਨਿਊ ਕਰੋਗੇ ਐਡਵੈਂਚਰਸ ਨੂੰ, ਜਾਂ ਕਿਵੇਂ ਰਹੇਗਾ? ਬਿਲਕੁਲ ਡੈਫੀਨੇਟਲੀ ਮੈਂ ਐਡਵੈਂਚਰਸ ਥੋੜ੍ਹਾ ਜਿਹਾ ਜ਼ਿਆਦਾ ਹੈਗਾ, ਅਤੇ ਮੈਂ ਇਹਦੇ ਲਈ ਵੀ ਸੋਚਦਾ ਕਿ ਕਿਸੇ ਤਰ੍ਹਾਂ ਨਾਲ ਆਊਟ ਆਫ ਬਾਊਂਡਰੀਜ਼ ਰਵੇ, ਕਿਸੇ ਤਰ੍ਹਾਂ ਦੀ ਕੋਈ ਬਾਊਂਡਰੀਜ਼ ਨਹੀਂ ਆਪਾਂ ਰੱਖਣੀਆਂ, ਕਿਸੇ ਤਰ੍ਹਾਂ ਦੀ ਕੋਈ ਹੱਦਬੰਦੀ ਨਹੀਂ ਕਿ ਇਹ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ। ਸੋ ਬੇਸਿਕਲੀ ਸਟੱਡੀਜ਼ ਵੱਲੋਂ ਤਾਂ ਮੈਨੂੰ ਕੋਈ ਉਹ ਨਹੀਂ ਹੈਗਾ, ਕਿਉਂਕਿ ਬੱਚਾ ਹੈ ਜਿਹੜਾ ਨਾ, ਉਹ ਚਾਹੇ ਅਸੀਂ ਵੀ ਹਾਂ, ਮੈਂ ਵੀ ਇੱਕ ਬੀਟੈਕ ਹੈਗਾ, ਬਟ ਸਟੱਡੀਜ਼ ਲਈ ਹਰ ਕੋਈ ਕਰ ਲੈਂਦਾ। ਸਟੱਡੀਜ਼ ਦੀ ਮੈਨੂੰ ਕੋਈ ਪ੍ਰੈਸ਼ਰ ਹੈ ਹੀ ਨਹੀਂ ਇਸ ਚੀਜ਼ ਦਾ। ਮਤਲਬ ਮੈਨੂੰ ਹੈ ਕਿ ਐਕਟੀਵਿਟੀਜ਼ ਜਿਹੜੀਆਂ ਨੇ, ਕੋਈ ਗੇਮਸ ਜਾਂ ਸਪੋਰਟਸ ਹੈ, ਉਹਦੇ ਵਾਲੇ ਦਾ ਜ਼ਿਆਦਾ ਧਿਆਨ ਹੋਵੇ। ਮੇਰਾ ਵੀ ਉਹੀ ਧਿਆਨ ਹੈ ਕਿ ਅਸੀਂ ਸਕੂਲ ਵੀ ਉਹੀ ਚੂਜ਼ ਕੀਤਾ ਹੈ ਕਿ ਜਿਹੜਾ ਸਟੱਡੀਜ਼ ਦੇ ਨਾਲ ਜ਼ਿਆਦਾ ਐਕਟੀਵਿਟੀਜ਼ ਦੇ ਉੱਤੇ ਕੰਮ ਕਰਦਾ ਹੈ, ਅਤੇ ਇਸ ਲਈ ਜ਼ਿਆਦਾ ਐਕਟੀਵਿਟੀਜ਼ ਦੇ ਉੱਤੇ ਮੇਰਾ ਫੋਕਸ ਹਮੇਸ਼ਾ ਰਹੇਗਾ। ਬਾਕੀ ਜੋ ਇਹ ਚੀਜ਼ ਹੈ, ਇਹ ਇੱਕ ਅਚੀਵਮੈਂਟਸ ਹੈ, ਹੋਰ ਅਚੀਵਮੈਂਟਸ ਅਗਰ ਇਹਨੂੰ ਮਿਲਣਗੀਆਂ ਤਾਂ ਬੈਟਰ, ਅੱਛਾ, ਬਹੁਤ ਅੱਛਾ ਲੱਗੇਗਾ। ਅਗਰ ਨਹੀਂ ਵੀ ਮਿਲਦੀਆਂ ਤਾਂ ਕੋਈ ਗੱਲ ਨਹੀਂ ਇਸ ਚੀਜ਼ ਦੇ ਵਿੱਚ। ਮਤਲਬ ਮੈਨੂੰ ਲੱਗਦਾ ਕਿ ਟਰਾਈ ਜਿਹੜੀ ਹੈ ਲਗਾਤਾਰ ਤੁਸੀਂ ਕਰਦੇ ਰਹੋਗੇ। ਬਿਲਕੁਲ ਐਂਡ ਮੋਰ ਓਵਰ ਉਹ ਖੁਦ ਵੀ, ਅਗਰ ਅਸੀਂ ਹੁਣ ਵੀ ਕਿਤੇ ਘੁੰਮਣ ਜਾਂਦੇ ਹਾਂ, ਕੋਈ ਰਾਈਡਸ ਹੈ, ਕੋਈ ਫੇਅਰ ਲੱਗਿਆ, ਉਹਨੂੰ ਕੁਝ ਕਾਰਨੀਵਲ, ਉਹਨੂੰ ਹਮੇਸ਼ਾ ਹੁੰਦਾ ਮੈਂ ਆਹ ਵੀ ਰਾਈਡ ਲੈਣੀ ਹੈ, ਮੈਂ ਇਹ ਵੀ ਰਾਈਡ ਲੈਣੀ ਹੈ, ਮੈਂ ਸਾਰੀਆਂ ਰਾਈਡਸ ਲੈਣੀਆਂ। ਸਾਨੂੰ ਸਗੋਂ ਲੱਗ ਰਿਹਾ ਹੁੰਦਾ ਕਿ ਨਹੀਂ ਮੋਕਸ਼ਾ ਆਪਨੇ ਨਹੀਂ ਲੈਣੀ, ਇਹਨੇ ਕਿ ਨਹੀਂ ਮਮ ਮੈਨੇ ਲੈਣੀ ਹੈ, ਮੈਨੇ ਲੈਣੀ ਹੈ। ਤਾਂ ਉਸ ਇੰਦਰ ਜਿਹੜਾ ਇਹ ਐਟੀਟਿਊਡ ਅਸੀਂ ਚਾਹੁੰਦੇ ਹਾਂ ਫॉर एवर ਰਵੇ ਇਨ ਦ ਲਾਈਫ। ਮਤਲਬ ਲੱਗਦਾ ਕਿ ਟੋਟਲੀ ਫੇਅਰਲੈਸ ਹੈ, ਡਰਦੀ ਨਹੀਂ ਚੀਜ਼ਾਂ ਤੋਂ। ਬਿਲकुल ਕਿ ਕॉन्फिडेंट रहे, बेसिकली यही ज़्यादा है, क्योंकि वर्ल्ड बहुत टफ है आउटसाइड आर
ਹੋਮ ਜਾਂ ਆਊਟਸਾਈਡ ਹਰ ਬਾਉਂਡਰੀ, ਬਸ ਯਹੀ ਹੈ ਕਿ ਉੱਥੋਂ ਇਹ ਨਿਕਲ ਕੇ ਕਿਸੇ ਵੀ ਚੀਜ਼ ਨੂੰ ਫੇਸ ਕਰ ਸਕੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਤਾਂ ਬਿਲਕੁਲ ਇਹ ਮੋਕਸ਼ਾ ਸੋਹੀ ਦੀ ਫੈਮਿਲੀ ਜਿਸ ਨੇ ਕਿ 2 ਸਾਲਾਂ ਦੀ ਉਮਰ ਦੇ ਵਿੱਚ ਵਰਲਡ ਰਿਕਾਰਡ ਬਣਾਇਆ, ਪੈਰਾਗਲਾਈਡਿੰਗ ਕੀਤੀ ਹੈ ਮਹਿਜ਼ 2 ਸਾਲ ਦੀ ਉਮਰ ਦੇ ਵਿੱਚ। ਤਾਂ ਜਦੋਂ ਬੱਚੇ ਇਸ ਏਜ ਦੇ ਹੁੰਦੇ ਨੇ ਤਾਂ ਯੂਜੂਅਲੀ ਪੈਰੈਂਟਸ ਬੜਾ ਸਾਂਭ ਕੇ ਰੱਖਦੇ ਨੇ, ਪਰ ਸਲੂਟ ਹੈ ਇਸ ਫੈਮਿਲੀ ਨੂੰ ਜਿਨ੍ਹਾਂ ਨੇ ਇਸ ਚੈਲੰਜ ਨੂੰ ਵੀ ਅਸੈਪਟ ਕੀਤਾ ਤਾਂ ਆਪਣੇ ਬੱਚੇ ਨੂੰ ਸ਼ੁਰੂਆਤ ਤੋਂ ਹੀ ਸਟਰੋਂਗ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਤਾਂ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਰੋਲ ਰਹਿੰਦਾ ਹੈ, ਬੜਾ ਅਹਿਮ ਰੋਲ ਰਹਿੰਦਾ ਹੈ। ਤਾਂ ਬਿਲਕੁਲ ਅਸੀਂ ਆਸ ਕਰਦੇ ਹਾਂ ਕਿ ਮੋਕਸ਼ਾ ਹੋਰ ਵੀ ਅੱਗੇ ਜਿਹੜਾ ਹੈ ਇੱਦਾਂ ਹੀ ਚੈਲੰਜਸ ਜਿਹੜੇ ਨੇ ਉਹਨੂੰ ਫੇਸ ਕਰੇਗੀ ਤਾਂ ਵਰਲਡ ਵਾਈਡ ਇੱਦਾਂ ਹੀ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇਗੀ।